ਪਿਆਰੇ ਵਿਦਿਆਰਥੀਓ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਸੁਰਿੰਦਰ ਸਿੰਘ, ਲੈਕਚਰਰ ਸਰੀਰਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬ ਵਾਲੀ ਰੁੜਿਆਲੀ ਤੋਂ ਤੁਹਾਡਾ ਸਵਾਗਤ ਕਰਦਾ ਹਾਂ। ਅਸੀਂ ਪੜ੍ਹ ਰਹੇ ਹਾਂ 11ਵੀਂ ਜਮਾਤ ਦਾ ਲੈਸਨ ਚੌਥਾ ਯੋਗਾ, ਜਿਸ ਦੇ ਵਿੱਚ ਹੈ ਅੱਜ ਅਸੀਂ ਗੱਲ ਕਰਾਂਗੇ ਅਸ਼ਟਾਂਗ ਯੋਗ ਦੀ। ਅਜਿਹਾ ਯੋਗ ਜਿਸ ਵਿੱਚ ਪਰਮਾਤਮਾ ਨੂੰ ਪਾਉਣ ਦੇ ਲਈ 8 ਤਰ੍ਹਾਂ ਦੇ ਯੋਗ ਪਾਏ ਜਾਂਦੇ ਹਨ, ਉਹਨਾਂ ਨੂੰ ਅਸ਼ਟਾਂਗ ਯੋਗ ਕਿਹਾ ਜਾਂਦਾ ਹੈ। ਇਹ 8 ਯੋਗ ਹਨ, ਜਿਵੇਂ ਕਿ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ। ਇਹ 8 ਯੋਗ ਦੀ ਪ੍ਰਾਪਤੀ ਕਰਕੇ ਹੀ ਕੋਈ ਜਿਹੜਾ ਇਨਸਾਨ ਹੈ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਯਮ ਦੀ। ਯਮ ਤੋਂ ਭਾਵ ਹੈ ਕਿ ਨੈਤਿਕ ਸਿੱਖਿਆਵਾਂ ਦਾ ਵਿਅਕਤੀ ਦੇ ਅੰਦਰ ਮੌਜੂਦ ਹੋਣਾ, ਜਿਵੇਂ ਕਿ ਇਮਾਨਦਾਰੀ, ਝੂਠ ਨਾ ਬੋਲਣਾ, ਸਮੇਂ ਦਾ ਪਾਬੰਦ ਹੋਣਾ, ਵੱਡਿਆਂ ਦਾ ਆਦਰ ਕਰਨਾ ਆਦਿ। ਇਸ ਤੋਂ ਨੈਕਸਟ ਪੁਆਇੰਟ ਹੈ ਨਿਯਮ। ਨਿਯਮ ਦਾ ਅਰਥ ਹੈ ਕਿ ਸਰੀਰ ਅਤੇ ਮਨ ਦਾ ਇੱਕ ਸੁਰ ਦੇ ਵਿੱਚ ਹੋਣਾ ਅਤੇ ਰੋਜ਼ਾਨਾ ਦੇ ਨਿਯਮ ਅਤੇ ਨੈਤਿਕ ਗੁਣਾਂ ਦਾ ਵਿਕਾਸ ਕਰਨਾ। ਨਿਯਮ ਦੇ ਮੁਤਾਬਕ ਹੀ ਵਿਅਕਤੀ ਜਿਹੜਾ ਹੈ ਸਵੇਰੇ ਜਲਦੀ ਉੱਠਦਾ ਹੈ, ਦੁਪਹਿਰੇ ਖਾਣਾ ਖਾਂਦਾ ਹੈ, ਰਾਤ ਨੂੰ ਟਾਈਮ ਨਾਲ ਸੌ ਜਾਂਦਾ ਹੈ। ਇਸ ਤਰ੍ਹਾਂ ਦੇ ਨਿਯਮ ਅਪਣਾ ਕੇ ਅਤੇ ਨੈਤਿਕ ਗੁਣ ਅਪਣਾ ਕੇ ਹੀ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਥਰਡ ਪੁਆਇੰਟ ਹੈ ਆਸਣ। ਸਰੀਰ, ਮਨ ਅਤੇ ਸਾਹ ਕਿਰਿਆਵਾਂ ਨੂੰ ਕਾਬੂ ਵਿੱਚ ਰੱਖ ਕੇ ਕੁਝ ਸਮੇਂ ਦੇ ਲਈ ਕਿਸੇ ਖਾਸ ਅਵਸਥਾ ਵਿੱਚ ਬੈਠਣ ਦੀ ਕਿਰਿਆ ਨੂੰ ਹੀ ਅਸੀਂ ਆਸਣ ਕਹਿੰਦੇ ਹਾਂ। ਆਸਣ ਜਿਹੜੇ ਹੈ ਉਹ 3 ਪ੍ਰਕਾਰ ਦੇ ਹੁੰਦੇ ਹਨ। ਸਭ ਤੋਂ ਪਹਿਲਾ ਹੈ ਧਿਆਨਾਤਮਕ ਆਸਣ, ਦੂਸਰਾ ਹੈ ਆਰਾਮਦਾਇਕ ਆਸਣ, ਤੀਸਰਾ ਹੈ ਕਲਚਰ ਆਸਣ। ਹੁਣ ਅਸੀਂ ਜਿਹੜੇ ਆਸਣ ਹੈ ਉਹਨਾਂ ਨੂੰ ਵਿਸਥਾਰਪੂਰਵਕ ਇਹਨਾਂ ਦਾ ਵਿਸ਼ਲੇਸ਼ਣ ਕਰਾਂਗੇ। ਜਿਵੇਂ ਸਭ ਤੋਂ ਪਹਿਲਾਂ ਹੈ ਕਿ ਧਿਆਨਾਤਮਕ ਆਸਣ ਕੀ ਹੈ। ਇਸ ਵਿੱਚ ਅੱਗੇ ਹੇਠ ਲਿਖੇ ਜਿਹੜੇ ਆਸਣ ਹੈ ਉਹ ਪਾਏ ਜਾਂਦੇ ਹਨ, ਜਿਵੇਂ ਕਿ ਪਦਮ ਆਸਣ, ਵਜਰ ਆਸਣ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪਦਮ ਆਸਣ ਦੀ। ਤੁਸੀਂ ਚਿੱਤਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਪਦਮ ਆਸਣ ਜਿਹੜਾ ਹੈ ਪੋਜੀਸ਼ਨ ਦੇ ਵਿੱਚ ਬੈਠਣਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਿਧੀ ਦੀ। ਜ਼ਮੀਨ 'ਤੇ ਬੈਠ ਕੇ ਹੌਲੀ ਹੌਲੀ ਸੱਜੀ ਲੱਤ ਨੂੰ ਮੋੜਦੇ ਹੋਏ ਸੱਜਾ ਪੈਰ ਖੱਬੇ ਪੱਟ 'ਤੇ ਰੱਖੋ, ਫਿਰ ਖੱਬੀ ਲੱਤ ਨੂੰ ਮੋੜਦੇ ਹੋਏ ਖੱਬਾ ਪੈਰ ਸੱਜੇ ਪੱਟ 'ਤੇ ਰੱਖੋ। ਜਿਹੜੀ ਹੈ ਉਹ ਪੋਜੀਸ਼ਨ ਹੈ ਉਹ ਇਸ ਤਰ੍ਹਾਂ ਹੋਵੇਗੀ, ਤੁਸੀਂ ਦੇਖ ਸਕਦੇ ਹੋ ਚਿੱਤਰ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਦੂਸਰੀ ਪੋਜੀਸ਼ਨ ਉਹ ਹੋਵੇਗੀ ਕਿ ਹੱਥਾਂ ਦੀ ਜਿਹੜੀ ਪਹਿਲੀ ਉਂਗਲੀ ਅਤੇ ਅੰਗੂਠੇ ਦੇ ਦੋਨੋਂ ਕੋਨਿਆਂ ਨੂੰ ਮਿਲਾਓ ਅਤੇ ਬਾਕੀ ਦੀਆਂ ਉਂਗਲਾਂ ਨੂੰ ਸਿੱਧੀਆਂ ਰੱਖੋ ਅਤੇ ਹੱਥਾਂ ਨੂੰ ਗੋਡਿਆਂ ਦੇ ਉੱਪਰ ਰੱਖੋ ਅਤੇ ਪਿੱਠ ਸਿੱਧੀ ਰੱਖੋ। ਜਿਹੜਾ ਤੁਸੀਂ ਦੇਖ ਰਹੇ ਹੋ, ਆਹ ਕਬਰ ਨੂੰ ਸਿੱਧਾ ਰੱਖਣਾ ਹੈਗਾ। ਹੱਥ ਦੀਆਂ ਉਂਗਲਾਂ ਅਤੇ ਅੰਗੂਠੇ ਦੀਆਂ ਉਂਗਲਾਂ ਇਸ ਤਰ੍ਹਾਂ ਮੁੜੀਆਂ ਹੋਣੀਆਂ ਚਾਹੀਦੀਆਂ ਹਨ। ਤੀਜਾ ਪੁਆਇੰਟ ਹੈ ਵਾਪਸ ਆਉਂਦੇ ਹੋਏ ਪਹਿਲਾਂ ਖੱਬੀ ਲੱਤ ਨੂੰ ਪੱਟ ਤੋਂ ਉਤਾਰੋ ਅਤੇ ਫਿਰ ਸੱਜੀ ਲੱਤ ਨੂੰ ਪੱਟ ਤੋਂ ਉਤਾਰਨਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਪਹਿਲਾਂ ਖੱਬੀ ਲੱਤ ਨੂੰ ਫਿਰ ਸੱਜੀ ਲੱਤ ਨੂੰ ਥੱਲੇ ਉਤਾਰਨਾ ਹੈ। ਇਸ ਦੇ ਲਾਭ ਹਨ ਧਿਆਨ ਅਤੇ ਜਿਹੜੀ ਯਾਦਾਸ਼ਤ ਸ਼ਕਤੀ ਇਹਦੇ ਨਾਲ ਵੱਧਦੀ ਹੈ, ਹਾਜ਼ਮਾ ਦਰੁਸਤ ਹੁੰਦਾ ਹੈ। ਨੈਕਸਟ ਹੈ ਵਜਰ ਆਸਣ। ਵਜਰ ਆਸਣ ਜੋ ਹੈ ਉਹ ਇਸ ਦੀ ਵਿਧੀ ਇਸ ਤਰ੍ਹਾਂ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹ ਸੰਸਕ੍ਰਿਤ ਭਾਸ਼ਾ ਦਾ ਜਿਹੜਾ ਸ਼ਬਦ ਹੈ, ਇਸ ਦਾ ਅਰਥ ਜਿਹੜਾ ਹੁੰਦਾ ਆਕਾਸ਼ ਵਿੱਚ ਗਰਜਣ ਵਾਲੀ ਬਿਜਲੀ ਹੈ। ਇਸ ਦਾ ਅਰਥ ਜਿਹੜਾ ਅਸਲੀ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਵਿਧੀ ਕੀ ਇਸ ਦੀ। ਦੋਨੋਂ ਲੱਤਾਂ ਫੈਲਾ ਕੇ ਜ਼ਮੀਨ 'ਤੇ ਬੈਠ ਜਾਓ। ਖੱਬੀ ਅਤੇ ਸੱਜੀ ਲੱਤ ਨੂੰ ਮੋੜਦੇ ਹੋਏ ਪੁਰਾਂ ਦੇ ਉੱਪਰ ਪੈਰਾਂ ਦੇ ਉੱਪਰ ਬੈਠ ਜਾਓ। ਜਿਵੇਂ ਕਿ ਆਹ ਪੈਰ ਹੈਗੇ ਆ, ਆਹ ਸਾਈਡ ਤੋਂ ਪੋਜੀਸ਼ਨ ਹੈ, ਆਹ ਬੈਕ ਸਾਈਡ ਤੋਂ ਪੋਜੀਸ਼ਨ ਹੈਗੀ ਹੈ। ਪੈਰਾਂ ਦੇ ਉੱਪਰ ਬੈਠ ਜਾਣਾ ਹੈ। ਪੈਰਾਂ ਦੇ ਪੰਜੇ ਇੱਕ ਦੂਜੇ ਦੇ ਉੱਪਰ ਰੱਖੋ, ਦੋਨੋਂ ਹੱਥ ਗੋਡਿਆਂ ਦੇ ਉੱਪਰ ਰੱਖੋ, ਕਮਰ ਨੂੰ ਸਿੱਧਾ ਰੱਖੋ ਅਤੇ ਅੱਖਾਂ ਬੰਦ ਕਰ ਲਓ। ਇਸ ਤੋਂ ਬਾਅਦ ਇਹ ਆਸਣ ਸ਼ੁਰੂ ਦੇ ਵਿੱਚ 10 ਤੋਂ 15 ਸੈਕਿੰਡ ਦੇ ਲਈ ਹੀ ਕਰਨਾ ਚਾਹੀਦਾ ਹੈ। ਵਾਪਸ ਆਉਣ ਦੇ ਲਈ ਖੱਬੇ ਪਾਸੇ
ਝੁਕ ਕੇ ਸੱਜੀ ਲੱਤ ਨੂੰ ਸਿੱਧੀ ਕਰਨਾ ਚਾਹੀਦਾ ਹੈ। ਇੱਕ ਪਾਸੇ ਝੁਕ ਕੇ ਹੀ ਲੱਤ ਨੂੰ ਜਿਹੜੇ ਪੈਰਾਂ ਥੱਲੋਂ ਕੱਢਣਾ ਚਾਹੀਦਾ ਹੈ। ਸੋ ਲਾਭ ਇਸ ਦੇ ਹਨ, ਸਰੀਰ ਦੇ ਵਿੱਚ ਇਸ ਦੇ ਨਾਲ ਲਚਕ ਆਉਂਦੀ ਹੈ, ਮਨ ਸ਼ਾਂਤ ਹੁੰਦਾ ਹੈ, ਪੇਟ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਆਦਿ ਵਗੈਰਾ। ਸਾਵਧਾਨੀਆਂ ਇਸ ਦੇ ਲਈ ਬਹੁਤ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਕਿ ਜਿਨ੍ਹਾਂ ਨੂੰ ਗੋਡਿਆਂ ਦੇ ਵਿੱਚ ਸੱਟ ਲੱਗੀ ਹੋਵੇ ਜਾਂ ਗੋਡਿਆਂ ਦੇ ਵਿੱਚ ਦਰਦ ਹੁੰਦਾ ਹੋਵੇ ਜਾਂ ਗੋਡਿਆਂ ਨੂੰ ਮੋੜਨ ਦੇ ਵਿੱਚ ਮੁਸ਼ਕਲ ਆਉਂਦੀ ਹੋਵੇ, ਉਹਨਾਂ ਨੂੰ ਜਿਹੜਾ ਇਹ ਆਸਨ ਆ ਉਹ ਨਹੀਂ ਕਰਨਾ ਚਾਹੀਦਾ। ਨੈਕਸਟ ਹੈ ਆਰਾਮਦਾਇਕ ਆਸਨ। ਇਹਦੇ ਵਿੱਚ ਆ ਜਾਂਦੇ ਹੈ ਸ਼ਵ ਆਸਨ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼ਵ ਆਸਨ ਦੀ। ਵਿਧੀ ਹੈ ਅੱਖਾਂ ਬੰਦ ਕਰਕੇ ਜ਼ਮੀਨ ਤੇ ਪਿੱਠ ਦੇ ਭਾਰ ਲੇਟ ਜਾਓ। ਪੈਰਾਂ ਅਤੇ ਲੱਤਾਂ ਦੇ ਵਿਚਕਾਰ ਥੋੜ੍ਹੀ ਜਿਹੜੀ ਦੂਰੀ ਹੈ ਉਹ ਬਣਾ ਕੇ ਰੱਖਣੀ ਹੈ ਅਤੇ ਹਥੇਲੀਆਂ ਨੂੰ ਉੱਪਰ ਵੱਲ ਨੂੰ ਰੱਖਣਾ ਹੈ। ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦੇਣਾ ਹੈ ਅਤੇ ਹੌਲੀ ਹੌਲੀ ਸਾਹ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਜਿਹੜਾ ਸਰੀਰ ਆ ਉਹ ਜ਼ਮੀਨ ਦੇ ਉੱਪਰ ਪਿਆ ਹੋਣਾ ਚਾਹੀਦਾ ਹੈ, ਜਿਵੇਂ ਕਿ ਕੋਈ ਇੱਕ ਸ਼ਵ ਪਿਆ ਹੋਵੇ, ਜਿਵੇਂ ਕੋਈ ਇੱਕ ਮੁਰਦੇ ਦਾ ਸਰੀਰ ਪਿਆ ਹੋਵੇ। ਸੋ ਲਾਭ ਇਸ ਦੇ ਬਹੁਤ ਹਨ, ਜਿਵੇਂ ਕਿ ਇਸ ਦੇ ਨਾਲ ਜਿਹੜੀ ਹੈ ਉਹ ਥਕਾਵਟ ਦੂਰ ਹੋ ਜਾਂਦੀ ਹੈ, ਚਿੰਤਾ ਘੱਟਦੀ ਹੈ, ਮਾਸਪੇਸ਼ੀਆਂ ਆਰਾਮ ਦੀ ਹਾਲਤ ਵਿੱਚ ਆ ਜਾਂਦੀਆਂ ਹਨ। ਸੋ ਇਸ ਦੇ ਲਈ ਵੀ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਕਿ ਜਿਨ੍ਹਾਂ ਵਿਅਕਤੀਆਂ ਨੂੰ ਲਹੂ ਦਾ ਦਬਾਅ ਘਟਦਾ ਰਹਿੰਦਾ ਹੈ ਉਹਨਾਂ ਨੂੰ ਜਿਹੜਾ ਇਹ ਆਸਨ ਹੈ ਉਹ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਦਾ ਜਿਹੜਾ BP ਹੈ ਉਹ ਘਟਦਾ, ਉਹਨਾਂ ਨੂੰ ਜਿਹੜਾ ਆਸਨ ਹੈ ਇਹ ਨਹੀਂ ਕਰਨਾ ਚਾਹੀਦਾ। ਦੂਜਾ ਹੈ ਮਕਰ ਆਸਨ। ਮਕਰ ਦਾ ਮਤਲਬ ਹੁੰਦਾ ਹੈ ਕਿ ਮਗਰਮੱਛ ਦੀ ਪੋਜੀਸ਼ਨ ਦੇ ਵਿੱਚ ਬੈਠ ਕੇ ਜਿਹੜਾ ਆਸਨ ਆ ਉਹ ਕਰਨਾ। ਵਿਧੀ ਹੈ ਇਹਦੀ ਜ਼ਮੀਨ ਤੇ ਪੇਟ ਦੇ ਭਾਰ ਲੇਟ ਜਾਣਾ ਹੈ। ਬਾਹਾਂ ਨੂੰ ਮੋੜ ਕੇ ਕੂਹਣੀਆਂ ਦੇ ਭਾਰ 'ਤੇ ਲੈ ਜਾਣਾ ਹੈ ਅਤੇ ਸਿਰ ਨੂੰ ਹੱਥਾਂ ਦੇ ਉੱਪਰ ਰੱਖਣਾ ਹੈ। ਲੱਤਾਂ ਦੇ ਵਿੱਚ ਥੋੜ੍ਹਾ ਜਿਹਾ ਫਾਸਲਾ ਰੱਖਿਆ ਜਾ ਸਕਦਾ ਹੈ। ਅੱਡੀਆਂ ਨੂੰ ਅੰਦਰਲੇ ਪਾਸੇ ਅਤੇ ਪੈਰਾਂ ਦੇ ਪੰਜੇ ਬਾਹਰਲੇ ਪਾਸੇ ਨੂੰ ਹੋਣੇ ਚਾਹੀਦੇ ਹਨ। ਜਿਹੜਾ ਇਸ ਦੇ ਨਾਲ ਜਿਹੜਾ ਹੌਲੀ ਹੌਲੀ ਉਸ ਤੋਂ ਬਾਅਦ ਜਿਹੜਾ ਸਾਹ ਲੈਣਾ ਚਾਹੀਦਾ ਹੈ। ਲਾਭ ਇਸ ਦੇ ਹਨ, ਇਹ ਆਸਨ ਕਰਨ ਦੇ ਨਾਲ ਚਿੰਤਾ ਦੂਰ ਹੁੰਦੀ ਹੈ, ਥਕਾਵਟ ਦੂਰ ਹੁੰਦੀ ਹੈ। ਇਸ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਤੀਜਾ ਆ ਜਾਂਦਾ ਸਾਡੇ ਕੋਲੇ ਕਲਚਰ ਆਸਨ। ਇਹਦੇ ਵਿੱਚ ਆ ਜਾਂਦਾ ਪਵਨ ਮੁਕਤ ਆਸਨ। ਪਵਨ ਮੁਕਤ ਆਸਨ ਦਾ ਮਤਲਬ ਇਹ ਹੈ ਕਿ ਸਰੀਰ ਦੇ ਵਿੱਚੋਂ ਹਵਾ ਨੂੰ ਬਾਹਰ ਕੱਢਣ ਵਾਲਾ ਆਸਨ ਜਿਹੜਾ ਹੈ ਉਸ ਨੂੰ ਹੀ ਪਵਨ ਮੁਕਤ ਆਸਨ ਕਹਿੰਦੇ ਹਨ। ਇਸ ਨੂੰ ਗੈਸ ਰਿਲੀਜ਼ਿੰਗ ਆਸਨ ਵੀ ਕਿਹਾ ਜਾਂਦਾ ਹੈ। ਜਿਵੇਂ ਇਹਦੀ ਪੋਜੀਸ਼ਨ ਇਹ ਹੈ ਕਿ ਪਿੱਠ ਦੇ ਭਾਰ ਜ਼ਮੀਨ 'ਤੇ ਲੇਟ ਕੇ ਦੋਨੋਂ ਗੋਡਿਆਂ ਨੂੰ ਹੱਥਾਂ ਦੇ ਨਾਲ ਫੜ ਕੇ ਪੇਟ ਦੇ ਨਾਲ ਲਗਾਉਣਾ ਚਾਹੀਦਾ ਹੈ ਅਤੇ ਸਾਹ ਅੰਦਰ ਨੂੰ ਖਿੱਚਣਾ ਚਾਹੀਦਾ ਹੈ, ਜਿਵੇਂ ਕਿ ਤੁਸੀਂ ਪੋਜੀਸ਼ਨ ਦੇਖ ਰਹੇ ਹੋ। ਦੂਜਾ ਹੈ ਸਾਹ ਬਾਹਰ ਛੱਡਦੇ ਹੋਏ ਸਿਰ ਨੂੰ ਉੱਪਰ ਚੁੱਕੋ ਅਤੇ ਠੋਡੀ ਨੂੰ ਗੋਡਿਆਂ ਦੇ ਨਾਲ ਲਗਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਜਿਹੜਾ ਸਾਹ ਅੰਦਰ ਹੌਲੀ ਹੌਲੀ ਖਿੱਚਣਾ ਚਾਹੀਦਾ ਹੈ। ਸੋ ਲਾਭ ਇਸ ਦੇ ਹਨ ਕਿ ਜਿਹੜਾ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਔਰ ਜਿਹੜਾ ਇਸ ਦੇ ਨਾਲ ਹੈ ਉਹ ਸਰੀਰ ਦੇ ਵਿੱਚੋਂ ਜਿਹੜੀ ਫਾਲਤੂ ਜਾਂ ਵਾਧੂ ਗੈਸ ਹੈ ਜਾਂ ਚਰਬੀ ਹੈ ਉਹ ਬਾਹਰ ਨਿਕਲਦੀ ਹੈ। ਨੈਕਸਟ ਹੈ ਪਰਵਤ ਆਸਨ। ਇਸ ਦੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਿੱਚ ਜਿਹੜਾ ਸਰੀਰ ਆ ਉਹ ਪਰਵਤ ਦੀ ਤਰ੍ਹਾਂ ਹੁੰਦਾ ਹੈ, ਪਹਾੜ ਦੀ ਤਰ੍ਹਾਂ ਨਜ਼ਰ ਆਉਂਦਾ ਹੈ, ਜਿਵੇਂ ਕਿ ਤੁਸੀਂ ਚਿੱਤਰ ਦੇ ਵਿੱਚ ਦੇਖ ਰਹੇ ਹੋ। ਇਸ ਵਿੱਚ ਸਰੀਰ ਇੱਕ ਪਰਵਤ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਥੱਲੇ ਤੋਂ ਸਰੀਰ ਜਿਹੜਾ ਹੈ ਉਹ ਫੈਲਿਆ ਹੋਇਆ ਅਤੇ ਉੱਪਰ ਤੋਂ ਜਿਹੜਾ ਸਰੀਰ ਆ ਉਹ ਘਟਦਾ ਜਾਂਦਾ ਹੈ। ਇਸ ਨੂੰ ਹੀ ਜਿਹੜਾ ਅਸੀਂ ਪਰਵਤ ਆਸਨ ਕਹਿੰਦੇ ਹਾਂ। ਵਿਧੀ ਇਸ ਦੀ ਹੈ ਕਿ ਸੁੱਖ ਆਸਣ ਦੇ ਵਿੱਚ ਬੈਠ ਕੇ ਸਾਹ ਅੰਦਰ ਖਿੱਚਦੇ ਹੋਏ ਦੋਨੋਂ ਹੱਥ ਉੱਪਰ ਸਿਰ ਵੱਲ ਲੈ ਕੇ ਜਾਣਾ ਚਾਹੀਦਾ ਹੈ। ਸੁੱਖ ਆਸਣ ਮਤਲਬ ਕੋਈ ਵੀ ਜਿਹੜਾ ਆਸਾਨ ਆਸਣ ਹੈ ਜਾਂ ਜਿਹੜਾ ਤੁਹਾਨੂੰ ਠੀਕ ਲੱਗਦਾ ਉਸ ਆਸਣ ਦੇ ਵਿੱਚ ਬੈਠ ਜਾਣਾ। ਉਸ ਵਿੱਚ ਬੈਠ ਕੇ ਤੁਸੀਂ ਜਿਹੜਾ ਇਹ ਆਸਣ ਹੈ ਉਹ ਕਰ ਸਕਦੇ ਹੋ। ਦੂਜਾ ਹੈ ਕਿ ਦੋਨੋਂ ਹਥੇਲੀਆਂ ਨੂੰ ਨਮਸਕਾਰ ਦੀ ਮੁਦਰਾ ਦੇ ਵਿੱਚ
ਜੋੜ ਲਓ, ਤੁਸੀਂ ਚਿੱਤਰ ਦੇ ਵਿੱਚ ਵੇਖ ਰਹੇ ਹੋ। ਫਿਰ ਸਾਹ ਛੱਡਦੇ ਹੋਏ ਬਾਹਾਂ ਨੂੰ ਥੱਲੇ ਲੈ ਕੇ ਆਉਣਾ ਹੈ ਜਾਂ ਲੈ ਕੇ ਆਓ। ਲਾਭ ਇਸਦੇ ਹਨ, ਕਮਰ ਦਰਦ, ਪਿੱਠ ਦੇ ਦਰਦ ਨੂੰ ਜਿਹੜਾ ਇਹ ਆਸਨ ਹੈ ਉਹ ਘੱਟ ਕਰਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਵਿੱਚ ਫਲੈਕਸੀਬਿਲਿਟੀ, ਲਚਕ ਵੀ ਪੈਦਾ ਕਰਦਾ ਹੈ। ਨਾਲ ਦੀ ਨਾਲ ਇਹ ਸਰੀਰ ਦੇ ਵਿੱਚੋਂ ਵੱਧਦੀ ਚਰਬੀ ਨੂੰ ਘੱਟ ਕਰਦਾ ਹੈ ਅਤੇ ਮਾਨਸਿਕ ਤਣਾਅ ਨੂੰ ਵੀ ਬਹੁਤ ਘੱਟ ਕਰਦਾ ਹੈ। ਨੈਕਸਟ ਹੈ ਪ੍ਰਾਣਾਯਾਮ। ਸੋ ਅਸੀਂ ਕਰ ਰਹੇ ਸੀ ਅਸ਼ਟਾਂਗ ਯੋਗ ਕਰ ਰਹੇ ਹਾਂ। ਅਸ਼ਟਾਂਗ ਯੋਗ ਦੇ ਵਿੱਚ ਅਸੀਂ ਪਹਿਲਾਂ ਕੀਤਾ ਸੀਗਾ ਯਮ, ਫਿਰ ਨਿਯਮ ਕੀਤਾ, ਫਿਰ ਆਸਣ ਕੀਤੇ ਆ। ਆਸਣ ਤੋਂ ਬਾਅਦ ਅਸੀਂ ਕਰਦੇ ਹਾਂ ਚੌਥਾ ਜਿਹੜਾ ਅਸ਼ਟਾਂਗ ਯੋਗ ਹੈ ਉਹ ਹੈ ਪ੍ਰਾਣਾਯਾਮ। ਸੋ ਇਸ ਦੇ ਵਿੱਚ ਹੈ ਕਿ ਸਾਹ ਅੰਦਰ ਅਤੇ ਬਾਹਰ ਕੱਢਣ ਦੀ ਕਿਰਿਆ ਨੂੰ ਪ੍ਰਾਣਾਯਾਮ ਕਿਹਾ ਜਾਂਦਾ ਹੈ। ਪ੍ਰਾਣਾਯਾਮ ਕਰਨ ਦੇ ਨਾਲ ਆਕਸੀਜਨ ਦਿਮਾਗ ਤੱਕ ਪਹੁੰਚਦੀ ਹੈ। ਇਸ ਦੀਆਂ 3 ਵਿਧੀਆਂ ਹਨ। ਸੋ ਪਹਿਲੀ ਵਿਧੀ ਹੈ ਪੂਰਕ, ਦੂਸਰੀ ਹੈ ਕੁੰਭਕ ਅਤੇ ਤੀਸਰੀ ਹੈ ਰੇਚਕ। ਪੂਰਕ ਤੋਂ ਭਾਵ ਹੈ ਕਿ ਸਾਹ ਅੰਦਰ ਲੈ ਕੇ ਜਾਣਾ ਅਤੇ ਕੁੰਭਕ ਤੋਂ ਭਾਵ ਹੈ ਕਿ ਸਾਹ ਨੂੰ ਕੁਝ ਸਮੇਂ ਦੇ ਲਈ ਰੋਕਣਾ ਅਤੇ ਰੇਚਕ ਤੋਂ ਭਾਵ ਹੈ ਕਿ ਸਾਹ ਨੂੰ ਬਾਹਰ ਕੱਢਣਾ। ਇਸ ਦੀਆਂ ਵਿਧੀਆਂ ਹਨ ਜਿਵੇਂ ਕਿ ਅਨੁਲੋਮ ਵਿਲੋਮ ਪ੍ਰਾਣਾਯਾਮ, ਠੀਕ ਹੈ, ਕਪਾਲਭਾਤੀ ਪ੍ਰਾਣਾਯਾਮ, ਫਿਰ ਇੱਕ ਹੈਗਾ ਸ਼ੀਤਕਾਰੀ ਪ੍ਰਾਣਾਯਾਮ, ਭ੍ਰਾਮਰੀ ਪ੍ਰਾਣਾਯਾਮ, ਭਾਸਤ੍ਰਿਕਾ ਪ੍ਰਾਣਾਯਾਮ, ਸ਼ੀਤਲੀ ਪ੍ਰਾਣਾਯਾਮ, ਅੱਗੇ ਹੈ ਉਜਾਈ ਪ੍ਰਾਣਾਯਾਮ। ਇਹ ਅੱਗੇ ਇਸ ਦੀਆਂ ਕਿਸਮਾਂ ਹਨ। ਅਸੀਂ ਇਸ ਵੀਡੀਓ ਦੇ ਵਿੱਚ ਇਹਨਾਂ ਕਿਸਮਾਂ ਨੂੰ ਵਿਸਥਾਰਪੂਰਵਕ ਨਹੀਂ ਕਰਾਂਗੇ। ਸੋ ਅਗਲੀ ਵੀਡੀਓ ਦੇ ਵਿੱਚ ਇਹਨਾਂ ਨੂੰ ਅਸੀਂ ਵਿਸਥਾਰਪੂਰਵਕ ਕਰਾਂਗੇ। ਸੋ ਪਹਿਲਾਂ ਸੀ ਸਾਡੇ ਕੋਲੇ ਯਮ, ਨਿਯਮ, ਆਸਣ ਅਤੇ ਪ੍ਰਤਿਹਾਰ। ਇਸ ਦੇ ਰਾਹੀਂ ਅਸੀਂ ਆਪਣੀਆਂ 5 ਗਿਆਨ ਇੰਦਰੀਆਂ ਜਿਵੇਂ ਕਿ ਦੇਖਣਾ, ਸੁਣਨਾ, ਸੁੰਘਣਾ, ਛੂਹਣਾ, ਚੱਖਣਾ ਆਦਿ ਨੂੰ ਕੰਟਰੋਲ ਕਰਦੇ ਹਾਂ। ਜੇਕਰ ਕੰਟਰੋਲ ਨਾ ਕੀਤਾ ਗਿਆ ਤਾਂ ਧਿਆਨ ਕੇਂਦਰਿਤ ਨਹੀਂ ਹੋਵੇਗਾ। ਸੋ ਇਹਨਾਂ ਦੇ ਪ੍ਰਤਿਹਾਰ ਦੇ ਰਾਹੀਂ ਇਹਨਾਂ ਗਿਆਨ ਇੰਦਰੀਆਂ ਨੂੰ ਅਸੀਂ ਆਪਣੇ ਵੱਸ ਦੇ ਵਿੱਚ ਕਰਦੇ ਹਾਂ। ਜੇਕਰ ਇਹਨਾਂ ਨੂੰ ਵੱਸ ਵਿੱਚ ਨਾ ਕੀਤਾ ਜਾਵੇ ਤਾਂ ਜਿਹੜਾ ਧਿਆਨ ਆ ਉਹ ਕੇਂਦਰਿਤ ਨਹੀਂ ਹੋਵੇਗਾ। ਸੋ ਨੈਕਸਟ ਪੁਆਇੰਟ ਹੈ ਧਾਰਨਾ। ਧਾਰਨਾ ਸਰੀਰ ਅਤੇ ਦਿਮਾਗ ਨੂੰ ਆਰਾਮ ਦੀ ਅਵਸਥਾ ਦੇ ਵਿੱਚ ਲਿਆਉਂਦੀ ਹੈ। ਇਸ ਵਿੱਚ ਲੰਬੇ ਸਮੇਂ ਦੇ ਲਈ ਇੱਕ ਬਿੰਦੂ ਉੱਪਰ ਧਿਆਨ ਕੀਤਾ ਜਾਂਦਾ ਹੈ। ਇਸ ਨਾਲ ਦਿਮਾਗ ਸ਼ਾਂਤ ਹੋ ਜਾਂਦਾ ਹੈ। ਸੋ ਧਾਰਨਾ ਜਿਹੜੀ ਹੈਗੀ ਆ ਉਹ ਅਸ਼ਟਾਂਗ ਯੋਗ ਦੀ 6ਵੀਂ ਪੋਜੀਸ਼ਨ ਹੈਗੀ ਆ, ਜਿਸ ਦੇ ਵਿੱਚ ਦਿਮਾਗ ਨੂੰ ਆਰਾਮ ਦੀ ਅਵਸਥਾ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਇੱਕ ਜਗ੍ਹਾ 'ਤੇ ਜਿਹੜਾ ਇਕਾਗਰ ਕੀਤਾ ਜਾਂਦਾ ਹੈ। ਸੋ 7ਵਾਂ ਹੈ ਧਿਆਨ। ਧਿਆਨ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੋਚਣਾ। ਧਾਰਨਾ ਤੋਂ ਉੱਪਰਲੀ ਸਥਿਤੀ ਨੂੰ ਹੀ ਧਿਆਨ ਕਿਹਾ ਜਾਂਦਾ ਹੈ। ਸੋ ਲਾਸਟ ਜੋ ਹੈ ਉਹ ਹੈ ਸਮਾਧੀ। ਇਹ ਅਸ਼ਟਾਂਗ ਯੋਗ ਦੀ ਸਭ ਤੋਂ ਉੱਪਰਲੀ ਅਵਸਥਾ ਹੈ। ਇਸ ਵਿੱਚ ਮਨ ਅਤੇ ਦਿਮਾਗ ਨੂੰ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਕਰ ਲਿਆ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਸਮਾਧੀ ਵਿੱਚ ਬੈਠਿਆ ਜਾ ਸਕਦਾ ਹੈ। ਸੋ ਅਸੀਂ ਦੇਖਦੇ ਹਾਂ ਕਿ ਜਾਂ ਸੁਣਦੇ ਹਾਂ ਕਿ ਜਿਹੜੇ ਰਿਸ਼ੀ ਮੁਨੀ ਆ ਉਹ ਜੰਗਲਾਂ ਦੇ ਵਿੱਚ ਜਾਂਦੇ ਹਨ, ਪਰਮਾਤਮਾ ਦੀ ਭਗਤੀ ਕਰਦੇ ਹਨ। ਸੋ ਇੱਕ ਸਮਾਧੀ ਦੇ ਵਿੱਚ, ਇੱਕ ਆਸਣ ਦੇ ਵਿੱਚ ਉਹ ਕਈ ਸਾਲ ਬੈਠੇ ਰਹਿੰਦੇ ਹਨ। ਸੋ ਉਹੀ ਜਿਹੜੇ ਅਸ਼ਟਾਂਗ ਯੋਗ ਨੂੰ ਅਪਣਾ ਕੇ ਹੀ ਉਹ ਇਸ ਤਰ੍ਹਾਂ ਕਰਦੇ ਹਨ ਅਤੇ ਪਰਮਾਤਮਾ ਦੀ ਪ੍ਰਾਪਤੀ ਕਰਦੇ ਹਨ। ਸੋ ਮੈਂ ਉਮੀਦ ਕਰਦਾ ਹਾਂ ਕਿ ਬੱਚਿਆਂ ਨੂੰ ਜਿਹੜਾ ਇਹ ਅੱਜ ਦਾ ਟੋਪਿਕ ਆ ਉਹ ਸਮਝ ਲੱਗ ਗਿਆ ਹੋਵੇਗਾ। ਸੋ ਅੱਜ ਦਾ ਸਾਡਾ ਇਹ ਟੋਪਿਕ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ।